ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਦੇਸ਼ ਵਿਦੇਸ਼ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਭਾਈ ਹਰਜਿੰਦਰ ਸਿੰਘ ਮਾਝੀ ਦਾ ਵੱਡਾ ਬਿਆਨ ਆਇਆ ਸਾਹਮਣੇ। ਕਿਹਾ ਬੇਅਦਬੀ ਮਾਮਲੇ 'ਚ ਸੁਖਬੀਰ ਬਾਦਲ ਅਤੇ ਰਾਮ ਰਹੀਮ ਦਾ ਹੱਥ। ਲਾਪਤਾ ਹੋਏ ਪਾਵਨ ਸਰੂਪਾਂ ਦਾ ਮਾਮਲਾ ਭਖਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚੇ ਸੇਖਵਾਂ ਨੇ SGPC ਤੇ ਚੁੱਕੇ ਵੱਡੇ ਸਵਾਲ। ਦਿੱਲੀ ਸਰਕਾਰ ਨੇ ਲਿਆ ਵੱਡਾ ਫੈਸਲਾ, ਸਾਰੀਆਂ ਪ੍ਰੀਖਿਆਵਾਂ ਕੀਤੀਆਂ ਰੱਦ। ਕੇਂਦਰ ਦੇ ਆਰਡੀਨੈਂਸ ਅਤੇ ਤੇਲ ਕੀਮਤਾਂ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵੱਡੀ ਚੇਤਾਵਨੀ। ਕਿਹਾ ਦਿੱਲੀ ਜਾ ਕਰਾਂਗੇ ਪ੍ਰਦਰਸ਼ਨ। ਪੁਲਿਸ ਅਤੇ ਲੋਕਾਂ ਵਿਚਕਾਰ ਹੋਈ ਝੜਪ। ਪੁਲਿਸ ਨੇ ਵਿਅਕਤੀ ਦੀ ਉਤਾਰੀ ਦਸਤਾਰ ਤਾਂ ਵਿਅਕਤੀ ਨੇ ਪੁਲਿਸ ਦੀ ਫਾੜੀ ਵਰਦੀ। ਹੁਣ ਖਬਰਾਂ ਵਿਸਤਾਰ ਨਾਲ। ਬੇਅਦਬੀ ਮਾਮਲੇ 'ਚ ਭਾਈ ਹਰਜਿੰਦਰ ਸਿੰਘ ਮਾਝੀ ਦਾ ਵੱਡਾ ਬਿਆਨ ਸਾਹਮਣੇ ਆਇਆ। ਭਾਈ ਮਾਝੀ ਨੇ ਜਿੱਥੇ ਬੇਅਦਬੀ ਅਤੇ ਗੋਲੀकांड ਮਾਮਲੇ ਦੇ ਦੋਸ਼ੀ ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਸੁਮੇਧ ਸੈਣੀ ਨੂੰ ਦੱਸਿਆ, ਉੱਥੇ ਹੀ ਕਿਹਾ ਕਿ ਰਾਮ ਰਹੀਮ ਭਾਰਤ ਦਾ ਕਾਫੀ ਵੱਡਾ ਅੱਤਵਾਦੀ ਆ। ਭਾਰਤ ਦਾ ਬਹੁਤ ਵੱਡਾ ਅੱਤਵਾਦੀ ਆ ਸੌਦਾ ਸਾਧ। ਇਹਦੇ ਨਾਲ ਕੋਈ ਵੀ ਲਿਹਾਜ਼ ਨਾ ਕੀਤੀ ਜਾਵੇ, ਇਮਾਨਦਾਰੀ ਨਾਲ ਸਿੱਟ ਨੂੰ ਕੰਮ ਕਰਨ ਦਿੱਤਾ ਜਾਵੇ। CBI ਤੋਂ ਸਿੱਖਾਂ ਨੂੰ ਕੋਈ ਉਮੀਦ ਨਹੀਂ। ਥੋੜਾ ਜਿਹਾ ਜੇ ਨਾਮਜ਼ਦ ਹੋਇਆ ਸੌਦਾ ਸਾਧ ਦਾ ਤਬਾਦਲਾ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹ ਬੋਲ ਨੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦੇ, ਜਿਨ੍ਹਾਂ ਦਾ ਬੇਅਦਬੀ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਅਹਿਮ ਜ਼ਿਕਰ ਹੈ। ਭਾਰਤ ਦਾ ਬਹੁਤ ਵੱਡਾ ਅੱਤਵਾਦੀ ਹੈ ਸੌਦਾ ਸਾਧ, ਔਰ ਇਹਦੇ ਨਾਲ ਕੋਈ ਵੀ ਲਿਹਾਜ਼ ਨਾ ਕੀਤਾ ਜਾਵੇ, ਇਮਾਨਦਾਰੀ ਨਾਲ ਸਿੱਟ ਨੂੰ ਕੰਮ ਕਰਨ ਦਿੱਤਾ ਜਾਵੇ। ਅੱਜ CBI ਵੀ ਹੁਣ ਅਦਾਲਤਾਂ ਦਾ ਰੁਖ ਕਰ ਰਹੀ ਹੈ। CBI ਤੋਂ ਸਿੱਖਾਂ ਨੂੰ ਕੋਈ ਉਮੀਦ ਨਹੀਂ, ਕਿਉਂਕਿ ਇਹ ਉਹੀ CBI ਹੈ ਜਿਹੜੀ ਕਦੇ ਕਲੋਜ਼ਰ ਰਿਪੋਰਟ ਪੇਸ਼ ਕਰਦੀ ਹੈ। ਤੇ ਹੁਣ ਉਹ ਜੇ ਥੋੜਾ ਜਿਹਾ ਨਾਮਜ਼ਦ ਹੋਇਆ ਨਾਮ ਸੌਦਾ ਸਾਧ ਦਾ, ਅਜੇ ਕੋਈ ਵਾਲੀ ਵੱਡੀ ਗੱਲ ਨਹੀਂ ਹੋਈ, ਪਰ ਫਿਰ ਵੀ ਮਤਲਬ ਮੈਂ ਸਮਝਦਾ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਸੌਦਾ ਸਾਧ ਦਾ ਨਾਮ ਨਾਮਜ਼ਦ ਹੋ ਗਿਆ, ਜੇ ਸੌਦਾ ਸਾਧ ਨੂੰ ਸੱਦ ਕੇ ਪੰਜਾਬ ਦੇ ਵਿੱਚ ਇਹਦੇ ਨਾਲ ਸਖਤੀ ਨਾਲ ਪੁੱਛਗਿੱਛ ਹੋਈ ਤਾਂ ਲਾਜ਼ਮੀ ਉਹਨੇ ਨਾਂ ਸੁਖਬੀਰ ਬਾਦਲ ਦਾ ਧਰ ਦੇਣਾ ਕਿ ਮੈਨੂੰ ਤਾਂ ਇਹਨਾਂ ਨੇ ਸਾਰੀ ਛਤਰ ਸ਼ਾਇਦ ਦਿੱਤੀ ਹੋਈ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਜ਼ਿਕਰ ਹੈ ਕਿ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ 2015 'ਚ ਬਰਗਾੜੀ ਇਲਾਕੇ 'ਚ ਦੀਵਾਨ ਲਗਾਏ ਗਏ ਸੀ, ਜਿਸ ਦੌਰਾਨ ਭਾਈ ਮਾਝੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਡੇਰਾ ਸਿਰਸਾ ਪ੍ਰੇਮੀਆਂ ਨੇ ਰਾਮ ਰਹੀਮ ਦੇ ਲੌਕਟ ਉਤਾਰ ਸਿੱਖ ਧਰਮ 'ਚ ਵਾਪਸੀ ਕਰ ਲਈ ਸੀ, ਜਿਸ ਤੋਂ ਬਾਅਦ ਭਾਈ ਮਾਝੀ ਨੂੰ ਮਰਵਾਉਣ ਦੀ ਸਾਜ਼ਿਸ਼ ਵੀ ਰਚੀ ਗਈ ਸੀ, ਜੋ ਨਾਕਾਮ ਹੋ ਗਈ ਸੀ। ਹੁਣ ਬਰਨਾਲਾ ਪਹੁੰਚੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੇਅਦਬੀ ਮਾਮਲੇ ਦਾ ਮਾਸਟਰਮਾਈਂਡ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੱਸਿਆ। ਰਾਮ ਰਹੀਮ ਸਮੇਤ ਸੈਣੀ ਤੇ ਬਾਦਲ ਪਰਿਵਾਰ ਤੇ ਤਿੱਖਾ ਹਮਲਾ ਬੋਲਿਆ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕੈਪਟਨ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ। ਦੇਖੋ ਜੀ, ਇਹ ਹੈ ਕਿ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ, ਜਿਨੇ ਕਿ ਕਿਉਂਕਿ ਉਸ ਇਲਾਕੇ ਦੇ ਵਿੱਚ ਜਿਵੇਂ ਸਿੱਟ ਨੇ ਵੀ ਇਹ ਜ਼ਿਕਰ ਕੀਤਾ ਆਪਣੀ ਰਿਪੋਰਟ ਚਾਰਜ ਸ਼ੀਟ ਦੇ ਵਿੱਚ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਵੀ ਇਹ ਜ਼ਿਕਰ ਆਇਆ ਹੋਇਆ ਹੈ। ਵਿਧਾਨ ਸਭਾ ਦੇ ਵਿੱਚ ਫੂਲਕਾ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਕਿ ਉਸ ਇਲਾਕੇ ਦੇ ਵਿੱਚ ਜਿਹੜੇ ਆਪਾਂ ਦੀਵਾਨ ਲਵਾਏ ਗੁਰਮਤ ਪ੍ਰਚਾਰ ਦੇ ਦੌਰਾਨ, ਇਹਨਾਂ ਦਾ ਜਿਹੜਾ ਸੌਦਾ ਸਾਧ ਦੇ ਚੇਲੇ ਸੀਗੇ ਉਹ ਧੜਾ ਧੜ ਆਪਣੇ ਲੌਕਟ ਤੋੜ ਕੇ ਸਿੱਖੀ ਵਿੱਚ ਸ਼ਾਮਲ ਹੋ ਰਹੇ ਸੀ। ਇਹਨਾਂ ਨੇ ਮੈਨੂੰ ਮਾਰਨ ਦੀ ਵੀ ਪਲੈਨਿੰਗ ਬਣਾਈ, ਯਤਨ ਕੀਤਾ, ਔਰ ਫਿਰ ਜਦੋਂ ਉਹ 'ਚ ਸਫਲ ਨਾ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਔਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਦੋਸ਼ ਹੈ
ਉਹ ਵੀ ਸਿੱਖ ਪ੍ਰਚਾਰਕਾਂ ਤੇ ਮੜਨ ਦੀ ਯਤਨ ਕੀਤਾ ਗਿਆ। ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਜ਼ਬਰਦਸਤੀ ਉਹਦੇ ਤੇ ਕਹਿਰ ਢਾਇਆ ਗਿਆ, ਉਹਨਾਂ ਨੂੰ ਖਾਲੀ ਚੈੱਕ ਦਿੱਤੇ ਗਏ ਕਿ ਤੁਸੀਂ ਜਿੰਨੇ ਮਰਜ਼ੀ ਪੈਸੇ ਭਰ ਲਓ ਪਰ ਇਹ ਕਹਿ ਦਿਓ ਕਿ ਬੇਅਦਬੀ ਅਸੀਂ ਕੀਤੀ ਹੈ, ਔਰ ਉਹਨਾਂ ਸਿੱਖ ਪ੍ਰਚਾਰਕਾਂ ਦੇ ਕਹਿਣ ਤੇ ਕੀਤੀ ਹੈ। ਮੈਂ ਸਮਝਦਾ ਕਿ ਇਹ ਬਾਦਲ ਕਿਆਂ ਨੇ ਇੱਕ ਐਡਾ ਵੱਡਾ ਧੱਬਾ ਸਾਡੀ ਕੌਮ ਦੇ ਮੱਥੇ ਤੇ ਲਾਉਣ ਦਾ ਯਤਨ ਕੀਤਾ ਸੀਗਾ ਕਿ ਸਿੱਖ ਆਪਣੇ ਗੁਰੂ ਦੇ ਆਪ ਹੀ ਪਾਵਨ ਪੱਤਰੇ ਪਾੜ ਕੇ ਆਪ ਹੀ ਰੌਲਾ ਪਾ ਲੈਂਦੇ ਨੇ। ਠਰੰਮੇ ਨਾਲ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਜੇ ਇਹ ਹੋ ਜਾਂਦੇ ਸਫਲ, ਜਿਵੇਂ ਸੁਖਵੀਰ ਡਰਾਮਾ ਕਰਦਾ ਸੀਗਾ, ਗੁਰਦੁਆਰੇ ਜਾ ਕੇ ਮੱਥਾ ਟੇਕਦਾ ਸੀ, ਬੇਅਦਬੀ ਦੇ ਅਸੀਂ ਦੋਸ਼ੀ ਲੱਭ ਲਏ, ਜੇ ਇਹ ਸਫਲ ਹੋ ਜਾਂਦੇ ਇਸ ਕਾਰਨਾਮੇ ਦੇ ਵਿੱਚ ਤਾਂ ਜਿਹੜੇ ਨੌਜਵਾਨ ਸੀ ਉਹ ਤਾਂ ਸਿੱਖਾਂ ਨਹੀਂ ਮਾਰ ਦੇਣੇ ਸੀਗੇ ਵੀ ਇਹ ਤਾਂ ਜੀ ਬੰਦੇ ਦੋਸ਼ੀ ਨੇ, ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਨੇ। ਸੋ ਮੈਂ ਸਮਝਦਾ ਵੀ ਇਹ ਸੁਖਵੀਰ ਬਾਦਲ ਸਰਕਾਰ ਦੀ ਸ਼ਹਿ ਤੇ ਸੌਦੇ ਨੇ ਸਾਧ ਨੇ ਬੇਅਦਬੀ ਘਟਨਾਕ੍ਰਮ ਕੀਤਾ, ਔਰ ਸ਼ਾਂਤਮਈ ਸੰਘਰਸ਼ ਕਰਦੀਆਂ ਸੰਗਤਾਂ ਤੇ ਜਿਹੜੀ ਗੋਲੀकांड ਵਾਪਰਿਆ, 2 ਨੌਜਵਾਨ ਸ਼ਹੀਦ ਹੋਏ, ਉਹਦਾ ਮਾਸਟਰਮਾਈਂਡ ਜਿਹੜਾ ਸੁਮੇਧ ਸੈਣੀ ਤੇ ਗੁਰਮੀਤ ਰਾਮ ਰਹੀਮ ਹੈ। ਸੁਮੇਧ ਸੈਣੀ ਤੇ ਸੁਖਵੀਰ ਬਾਦਲ ਗੋਲੀकांड ਦੇ ਮਾਸਟਰਮਾਈਂਡ ਨੇ, ਔਰ ਇਹਦੇ ਤੇ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਜੇ ਸਰਕਾਰਾਂ ਆਪਣਾ ਦਬਾਅ ਨਾ ਪਾਉਣ, ਕਿਉਂਕਿ ਮੌੜ ਬੰਬ ਕਾਂਡ ਦਾ ਸਾਰਾ ਪਤਾ ਲੱਗ ਗਿਆ ਸੀ ਸਿੱਟ ਨੂੰ, ਪਰ ਫਿਰ ਸਿਆਸੀ ਪ੍ਰਭਾਵ ਵਰਤਿਆ ਗਿਆ, ਉਹ ਜਾਂਚ ਵਿੱਚ ਹੀ ਰੋਕ ਦਿੱਤੀ ਗਈ। ਦੇਖੋ ਜੀ, ਗੱਲ ਇਹ ਹੈ ਕਿ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਉਹ ਕਾਫੀ ਨਹੀਂ ਹੈਗੀਆਂ, ਮਾਸਟਰਮਾਈਂਡ ਤੱਕ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ। ਬਾਕੀ ਇਨਸਾਫ ਦੀ ਜਿਹੜੀ ਗੱਲ ਹੈ, ਇਹ ਕਾਰਜਕਾਰੀ ਬਹੁਤ ਢਿੱਲੀ ਚੱਲ ਰਹੀ ਹੈ। ਸਾਰਾ ਕੁਝ ਜੱਗ-ਜ਼ਾਹਰ ਹੋ ਚੁੱਕਿਆ ਹੈ, ਬੱਚੇ ਨੂੰ ਪਤਾ ਲੱਗ ਚੁੱਕਿਆ ਹੈ। ਇਹ ਤਾਂ ਗੁਰਮੀਤ ਰਾਮ ਰਹੀਮ ਦਾ ਨਾਂ ਅੱਜ ਨਾਮਜ਼ਦ ਕੀਤਾ ਜਾਂਦਾ ਹੈ, ਇਹ ਤਾਂ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਮਾਸਟਰਮਾਈਂਡ ਇਹ ਹੈ। ਸੋ ਇਸ ਲਈ ਦੇਰੀ ਨਹੀਂ ਹੋਣੀ ਚਾਹੀਦੀ, ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਨੇ। ਕੈਪਟਨ ਅਮਰਿੰਦਰ ਸਿੰਘ ਇਹ ਨਾ ਸਮਝਣ ਕਿ ਇਹ ਬੇਅਦਬੀ ਦੇ ਮਸਲੇ ਦੇ ਆਧਾਰ ਤੇ 2022 ਨੂੰ ਅਸੀਂ ਦੁਬਾਰਾ ਫਿਰ ਚੋਣਾਂ ਇੱਦਾਂ ਹੀ ਜਿੱਤ ਲਾਂਗੇ ਰੌਲਾ ਪਾ ਕੇ ਬਿਨਾਂ ਕਾਰਵਾਈ ਤੋਂ। ਸੋ ਪੰਜਾਬ ਦੇ ਲੋਕ ਕੈਪਟਨ ਦਾ ਹਸਰ ਵੀ ਬਾਦਲਾਂ ਵਾਲਾ ਕਰ ਦੇਣਗੇ, ਪੰਜਾਬ ਦੇ ਅਣਖੀ ਵੋਟਰ, ਜੇ ਇਹਨਾਂ ਨੇ ਬਣਦੀ ਕਾਰਵਾਈ ਨਾ ਕੀਤੀ ਜੀ। 2016 ਚ ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ 'ਚ ਸੇਵਾ ਸਿੰਘ ਸੇਖਵਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਅਤੇ ਮੰਗ ਪੱਤਰ ਦਿੱਤਾ। ਸੇਖਵਾਂ ਨੇ ਮਾਮਲੇ ਦੀ ਬਰੀਕੀ ਨਾਲ ਜਾਂਚ ਦੀ ਮੰਗ ਕੀਤੀ ਅਤੇ SGPC ਦੀ ਪੜਤਾਲੀਆ ਟੀਮ ਤੇ ਕਾਫੀ ਵੱਡੇ ਸਵਾਲ ਚੁੱਕੇ। ਜਦੋਂ ਤੋਂ ਬੇਅਦਬੀ ਮਾਮਲੇ 'ਚ ਬਣੀ ਰਣਵੀਰ ਸਿੰਘ ਖੱਟਾ ਦੀ ਅਗਵਾਈ ਵਾਲੀ ਸਿੱਟ ਮੁੜ ਤੋਂ ਸਰਗਰਮ ਹੋਈ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਸਿਆਸਤ ਹੋਰ ਵੀ ਜ਼ਿਆਦਾ ਤੇਜ਼ ਹੋ ਗਈ ਹੈ। ਹੁਣ ਬ੍ਰਹਮਪੁਰਾ ਦਾ ਸਾਥ ਛੱਡ ਢੀਂਡਸਾ ਦਾ ਪੱਲਾ ਫੜਨ ਵਾਲੇ ਸੇਵਾ ਸਿੰਘ ਸੇਖਵਾ 2016 ਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਪਾਵਨ ਸਰੂਪਾਂ ਦੇ ਲਾਪਤਾ ਹੋਏ ਮਾਮਲੇ 'ਚ ਅੰਮ੍ਰਿਤਸਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ। ਇਹ ਮਾਮਲਾ ਹੁਣ ਕਾਫੀ ਭਖਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਸੰਬੰਧੀ ਮਿਲ ਚੁੱਕੇ ਨੇ ਅਤੇ ਹੁਣ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਸੇਵਾ ਸਿੰਘ ਸੇਖਵਾ ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਜਥੇਦਾਰ ਅੱਗੇ ਮੰਗ ਰੱਖੀ ਹੈ ਕਿ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਬਰੀਕੀ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਜੋ SGPC ਨੇ ਪੜਤਾਲੀਆ ਕਮੇਟੀ ਬਣਾਈ ਹੈ ਉਹ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਮੌਜੂਦਗੀ 'ਚ ਸਰੂਪ ਲਾਪਤਾ ਹੋਏ ਨੇ। ਵੇਖੋ, ਪਿਛਲੇ ਦਿਨਾਂ ਵਿੱਚ ਮੀਡੀਆ ਵਿੱਚ ਇੱਕ ਬਹੁਤ ਪ੍ਰਮੁੱਖ ਖਬਰ ਛਪੀ ਹੈ ਕਿ 267 ਗੁਰੂ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਆ ਉਹ ਰਿਕਾਰਡ ਵਿੱਚੋਂ ਮਿਸਿੰਗ ਹੋਏ ਆ, ਜਿਹਦੇ ਵਾਸਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣਾ ਦੇ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੜਤਾਲੀਆ ਕਮੇਟੀ ਬਣਾਈ ਆ। ਲੇਕਿਨ ਉਹ ਪੜਤਾਲੀਆ ਕਮੇਟੀ ਉਹਨਾਂ ਲੋਕਾਂ ਦੀ ਬਣਾਈ ਆ ਜਿਨ੍ਹਾਂ ਲੋਕਾਂ ਦੇ ਹੁੰਦਿਆਂ ਇਹ ਘਟਨਾ ਵਾਪਰੀ ਆ। 2016 ਵਿੱਚ ਜਦੋਂ ਸ਼ਾਰਟ ਸਰਕਟ ਹੋ ਕੇ ਤੇ ਗੁਰੂ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ ਨੇ, ਕੁਛ ਪਾਣੀ ਦੀਆਂ ਵਿਛਾੜਾਂ ਵੱਜਣ ਕਰਕੇ ਨੁਕਸਾਨੇ ਗਏ ਆ। ਅੱਜ 2020 ਆ ਗਿਆ, 4 ਸਾਲ ਹੋ ਗਏ ਇਸ ਘਟਨਾ ਵਾਪਰੀ ਨੂੰ, ਲੇਕਿਨ ਉਹਨਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕ ਨੇ
ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਤੇ ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ, ਉਹਨਾਂ 'ਚੋਂ ਕਿਸੇ ਨੇ ਵੀ ਇਹਨਾਂ 4 ਸਾਲਾਂ 'ਚ ਇਸ ਗੱਲ ਨੂੰ ਸਿੱਖ ਕੌਮ ਨੂੰ ਦੱਸਣ ਦੀ ਖੇਚਲ ਨਹੀਂ ਕੀਤੀ ਵੀ ਕੀ ਘਟਨਾ ਵਾਪਰੀ ਆ। ਲੇਕਿਨ ਇੱਕ ਮੁਲਾਜ਼ਮ ਜਿਹੜਾ ਉਹਨਾਂ ਦਾ ਰਿਟਾਇਰ ਹੋਇਆ, ਜਿਹਦੇ ਤੋਂ ਪਤਾ ਲੱਗਾ ਕਿ ਉਹ ਘਟਨਾ ਤੇ ਵਾਪਰੀ ਹੈ, ਲੇਕਿਨ ਉਹਦੇ ਤੋਂ ਵੀ ਵੱਡੀ ਘਟਨਾ ਹੋਰ ਵਾਪਰ ਗਈ ਜਦੋਂ 267 ਸਰੂਪ ਜਿਹੜੇ ਨੇ ਉਹ ਉਹਨਾਂ ਦੇ ਸਟਾਕ ਵਿੱਚ ਘੱਟ ਪਾਏ ਗਏ। ਇਹ ਮੈਂ ਸਮਝਦਾ ਕਿ ਸਿੱਖ ਧਰਮ ਵਾਸਤੇ ਇਹ ਬੜਾ ਸੰਵੇਦਨਸ਼ੀਲ ਮਸਲਾ ਆ। ਇੱਕ ਸਰੂਪ ਦੀ ਬੇਅਦਬੀ ਹੋਈ ਉਹ ਬਰਗਾੜੀ 'ਚ, ਤੇ ਅੱਜ ਤੱਕ ਸਿੱਖ ਹਿਰਦੇ ਬਲੂੰਦਰੇ ਪਏ ਨੇ। ਲੋਕ ਉਮੀਦ ਲਾ ਕੇ ਬੈਠੇ ਨੇ ਕਿ ਉਹਨਾਂ ਦੋਸ਼ੀਆਂ ਦੀ ਪਛਾਣ ਹੋਵੇ, ਉਹਨਾਂ ਨੂੰ ਸਜ਼ਾ ਮਿਲੇ, ਲੇਕਿਨ ਇੱਥੇ 267 ਸਰੂਪ ਜਿਹੜੇ ਨੇ ਉਹ ਮਿਸਿੰਗ ਨੇ। ਅੱਜ ਅਸੀਂ 5 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੁਹਾਡੇ ਸਾਹਮਣੇ ਖੜ੍ਹੇ ਹਾਂ। ਮੇਰੇ ਨਾਲ ਮੇਰੇ ਤੋਂ ਇਲਾਵਾ ਬੀਬੀ ਕਰਨਜੋਤ ਕੌਰ ਜੀ ਜਿਹੜੇ ਮੌਜੂਦਾ ਮੈਂਬਰ ਨੇ, ਸਰਦਾਰ ਅਮਰੀਕ ਸਿੰਘ ਜੀ ਸ਼ਾਹਪੁਰ, ਸਰਦਾਰ ਮਹਿੰਦਰ ਸਿੰਘ ਜੀ ਹਸੈਨਪੁਰ, ਸਰਦਾਰ ਗੁਰਪ੍ਰੀਤ ਸਿੰਘ ਜੀ ਗਰਚਾ ਲੁਧਿਆਣੇ ਤੋਂ। ਅਸੀਂ ਸਾਰਿਆਂ ਨੇ ਇਹ ਲਿਖਤੀ ਤੌਰ ਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੇ ਨੋਟਿਸ ਵਿੱਚ ਲਿਆਂਦਾ ਕਿ ਜਿਨ੍ਹਾਂ ਲੋਕਾਂ ਦੇ ਹੁੰਦਿਆਂ ਗੁਨਾਹ ਹੋਇਆ ਤੇ ਉਹਨਾਂ ਨੇ 4 ਸਾਲ ਪਰਦਾ ਪਾ ਛੜਿਆ, ਉਹ ਕਮੇਟੀ ਇਨਸਾਫ ਨਹੀਂ ਦੇ ਸਕਦੀ। ਨਾਲ ਹੀ ਉਹਨਾਂ ਨੇ ਮੀਡੀਆ ਦੇ ਸਾਹਮਣੇ ਇਸ ਮੌਕੇ ਕਈ ਹੋਰ ਪੜਤਾਂ ਖੋਲੀਆਂ। ਕੀ ਨੇ ਉਹ ਪੜਤਾਂ, ਆਓ ਦੇਖਦੇ ਹਾਂ। ਤੇ ਇਹ ਜਿਹੜੀ ਪੜਤਾਲੀਆ ਕਮੇਟੀ ਆ, ਉਹ ਜਿਹੜੀਆਂ ਉਹ ਸਿੱਖ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਇਸ ਮਸਲੇ ਨਾਲ ਕੋਈ ਸੰਬੰਧ ਨਹੀਂ, ਮੇਰਾ ਕਹਿਣ ਤੋਂ ਭਾਵ ਉਹ ਮੈਂਬਰ ਤੇ ਉਹ ਅਧਿਕਾਰੀ ਜਿਨ੍ਹਾਂ ਨੇ ਹੁੰਦਿਆਂ ਇਹ ਦੁਰਘਟਨਾ ਵਾਪਰੀ ਆ, ਉਹਨਾਂ ਵਿੱਚੋਂ ਨਹੀਂ, ਸਗੋਂ ਜਿਹੜੇ ਅੱਛੇ ਸਿੱਖ ਨੇ, ਵਿਦਵਾਨ ਨੇ, ਜਿਨ੍ਹਾਂ ਤੇ ਕਿਸੇ ਦਾ ਕੋਈ ਪ੍ਰਭਾਵ ਨਾ ਹੋਵੇ, ਜਿਹੜੇ ਸੱਚ ਸਾਹਮਣੇ ਲਿਆਉਣ ਦੇ ਸਮਰੱਥ ਨੇ, ਸਿੱਖੀ ਉਹਨਾਂ ਦੀ ਮਾਨਸਿਕਤਾ ਵਿੱਚ ਕੁੱਟ-ਕੁੱਟ ਭਰੀ ਆ। ਉਹ ਭਾਵੇਂ ਕੋਈ ਵੀ ਰਿਟਾਇਰਡ ਅਧਿਕਾਰੀ ਹੋਵੇ ਜਾਂ ਵਿਦਵਾਨ ਹੋਵੇ, ਲੇਖਕ ਹੋਵੇ, ਕੋਈ ਵੀ ਹੋਵੇ। ਸਾਨੂੰ ਅਸੀਂ ਤੇ ਕਿਸੇ ਦਾ ਨਾਮ ਮੈਂਸ਼ਨ ਨਹੀਂ ਕੀਤਾ, ਸਗੋਂ ਸਿੰਘ ਸਾਹਿਬ ਜੀ ਨੇ ਆਪ ਕਿਹਾ ਕਿ ਕਿਸੇ ਰਿਟਾਇਰਡ ਜਿਹੜਾ ਹਾਈ ਕੋਰਟ ਦਾ ਜੱਜ ਆ ਉਹਦੇ ਕੋਲੋਂ ਨਾ ਇਨਕੁਆਇਰੀ ਕਰਵਾ ਦਈਏ। ਅਸੀਂ ਕਿਹਾ ਜੀ ਇਹ ਤੁਹਾਡਾ ਪੈਰੋਗੇਟਿਵ ਆ, ਇਹ ਤੁਸਾਂ ਵੇਖਣਾ ਆ, ਲੇਕਿਨ ਸਾਡੀ ਮੰਗ ਅਸੀਂ ਕਿਸੇ ਵਿਸ਼ੇਸ਼ ਆਪਣੇ ਜਿਹੜੀ ਸ਼ਖਸੀਅਤ ਆ ਉਹਦਾ ਜ਼ਿਕਰ ਨਹੀਂ ਕਰਾਂਗੇ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਅਸਲੀਅਤ ਆ ਉਹ ਸਾਧ ਸੰਗਤ ਦੇ ਸਾਹਮਣੇ, ਸਿੱਖ ਕੌਮ ਦੇ ਸਾਹਮਣੇ ਆਵੇ, ਤਾਂ ਕਿ ਪਤਾ ਲੱਗ ਸਕੇ ਕਿ ਇਹ 267 ਸਰੂਪ ਜਿਹੜੇ ਨੇ ਇਹ ਕਿੱਧਰ ਗਏ। ਤੁਹਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਵੀ ਆਇਆ, ਜਿਹੜਾ ਉਹ ਸੱਜਣ ਰਿਟਾਇਰ ਹੋਇਆ ਸੁਪਰਵਾਈਜ਼ਰ, ਉਹਨੇ ਕਿਹਾ ਵਾ ਕਿ 40 ਸਰੂਪ ਕਿਸੇ ਡੇਰੇ ਤੇ ਕਿਸੇ ਰਿਕਾਰਡ ਤੋਂ ਬਿਨਾਂ ਭੇਜੇ ਗਏ, ਜ਼ੁਬਾਨੀ ਹੁਕਮਾਂ ਤੇ ਭੇਜੇ ਗਏ। ਤੇ ਸੋਸ਼ਲ ਮੀਡੀਆ ਤੇ ਸਾਡੇ ਭੌਰ ਸਾਹਿਬ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਆ ਕਿ 40 ਸਰੂਪ ਇੱਕ ਐਸੇ ਡੇਰੇ ਤੇ ਭੇਜੇ ਗਏ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਵੀ ਨਹੀਂ ਰੱਖੀ ਜਾਂਦੀ। ਤੇ ਮੈਂ ਰੋਕਿਆ ਵੀ, ਉੱਥੇ ਦੇ ਉਹ ਮੈਂਬਰ ਨੇ ਉਸ ਏਰੀਏ ਦੇ, ਉਹ ਕਹਿੰਦੇ ਮੈਂ ਰੋਕਿਆ ਵੀ ਇੱਥੇ ਨਾ ਭੇਜੋ, ਮੇਰੇ ਰੋਕਣ ਦੇ ਬਾਵਜੂਦ ਵੀ 40 ਸਰੂਪ ਉੱਥੇ ਭੇਜੇ ਆ। ਹੁਣ ਪਤਾ ਨਹੀਂ ਕਿ ਇਹ ਜਿਹੜੇ ਸਰੂਪ 267 ਨੇ ਕਿੰਨਾ ਹੱਥਾਂ 'ਚ ਗਏ ਨੇ ਔਰ ਕਿਵੇਂ ਉਹਨਾਂ ਦੀ ਬੇਅਦਬੀ ਹੋਈ ਹੋਏਗੀ, ਜਾਂ ਕਿੰਨਾ ਲੋਕਾਂ ਕੋਲ ਗਏ ਆ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਹੀ ਨਹੀਂ। ਕੋਰੋਨਾ ਨਾਲ ਦਿੱਲੀ ਦੇ ਵਿਗੜ ਰਹੇ ਹਾਲਾਤਾਂ ਨੂੰ ਮੱਦੇਨਜ਼ਰ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ। ਸਰਕਾਰ ਨੇ ਰਹਿੰਦੀਆਂ ਵਿਦਿਆਰਥੀਆਂ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਅਗਲੀ ਕਲਾਸ ਵਿੱਚ ਪ੍ਰਮੋਟ ਕਰਨ ਦਾ ਫੈਸਲਾ ਕੀਤਾ। ਦੱਸ ਦਈਏ ਕਿ ਦਿੱਲੀ ਵਿੱਚ ਸਕੂਲ ਕਾਲਜ ਕਿਸੇ ਦੇ ਵੀ ਪੇਪਰ ਨਹੀਂ ਹੋਣਗੇ। ਇਸ ਬਾਬਤ जानकारी खुद उप मुख्यमंत्री ने साझी की थी। लेकिन यूनिवर्सिटीज़ का मामला काफ़ी पेचीदा था, क्योंकि इस पूरे सेमेस्टर बच्चों की पढ़ाई नहीं हुई। थोड़ी बहुत ऑनलाइन पढ़ाई हुई, लेकिन लैब्स, लाइब्रेरीज़, प्रैक्टिकल्स, फील्ड रिसर्च सब कुछ बंद रहा, पूरी तरह से बंद रहा, कोई भी एक्टिविटी नहीं हुई। और
जब पढ़ाई नहीं हुई तो अब समस्या यह है कि परीक्षा कैसे लें। जिस सेमेस्टर की परीक्षा होनी है उस सेमेस्टर की पढ़ाई नहीं हुई। दिल्ली सरकार का मानना है कि ऐसे में जिस सेमेस्टर को पढ़ाई नहीं गया उसमें परीक्षा कराना मुश्किल है, उसकी परीक्षा कराना मुश्किल है। इस पे काफ़ी कुछ समय से चर्चा भी चल रही है, क्योंकि जुलाई का जो महीना होता है वो यूनिवर्सिटीज़ के लिए, हायर एजुकेशन के लिए बहुत महत्वपूर्ण होता है और अमूमन यूनिवर्सिटी की परीक्षाएं जुलाई के महीने में होती हैं। सरकार का मानना है कि इस अभूतपूर्व समय में अभूतपूर्व निर्णय लिए जाने ज़रूरी हैं। मुख्यमंत्री जी अरविंद केजरीवाल जी बार बार कहते हैं कि दीज आर एक्स्ट्रा ऑर्डिनरी टाइम्स एंड वी नीड टू हैव एक्स्ट्रा ऑर्डिनरी डिसीजंस इन दिस टफ टाइम। इसलिए आज सरकार ने निर्णय लिया है कि दिल्ली राज्य की जितनी यूनिवर्सिटीज़ हैं उनमें सभी आगामी परीक्षाएं कैंसिल कर दी जाएंगी। इसमें सभी यूनिवर्सिटीज़ के जो आगामी सेमेस्टर एग्ज़ाम्स हैं वो भी, और जो टर्मिनल एग्ज़ाम्स हैं यानी फाइनल ईयर एग्जामिनेशंस हैं उनको भी कैंसिल कर दिया जाएगा। फर्स्ट ईयर, सेकेंड ईयर, थर्ड ईयर या फाइनल ईयर का कोई भी आगामी परीक्षा दिल्ली राज्य की यूनिवर्सिटीज़ में नहीं ली जाएगी। सभी यूनिवर्सिटीज़ को कहा गया है कि बिना रिटन एग्ज़ाम कराए पुरानी परीक्षाओं के आधार पर या पुराने सेमेस्टर के आधार पर या और असेसमेंट्स जो अभी तक किए गए हों उनके आधार पर या कोई और प्रोग्रेसिव तरीका समझ के निकाल के बच्चों को प्रमोट करें। जो सेमेस्टर एग्ज़ाम देने वाले बच्चे थे उनको अगले सेमेस्टर में प्रमोट करें, उसके हिसाब से इवेलुएट करके, और जो फाइनल सेमेस्टर के बच्चे थे या फाइनल ईयर के बच्चे थे उनको भी इसी तरह से इवेलुएशन करके बाकी सेमेस्टर्स के आधार पर या उनके और असेसमेंट्स के आधार पर इवेलुएट करें और फिर उनको डिग्री अवार्ड करें। ਕੇਂਦਰ ਸਰਕਾਰ ਦੇ 3 ਆਰਡੀਨੈਂਸ ਅਤੇ ਤੇਲ ਕੀਮਤਾਂ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਉਨੀ ਦੇਰ ਦਿੱਲੀ ਨਹੀਂ ਛੱਡਾਂਗੇ ਜਿੰਨੀ ਦੇਰ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ। ਲੱਖੋਵਾਲ ਨੇ ਇਸ ਮੌਕੇ ਹਰਸਿਮਰਤ ਕੌਰ ਬਾਦਲ ਤੇ ਵੀ ਤਿੱਖਾ ਤਾਵਾ ਬੋਲਿਆ। किसान यूनियन लखोवाल ਵੱਲੋਂ ਬੀਤੇ ਕੱਲ ਲੁਧਿਆਣਾ 'ਚ ਇੱਕ ਅਹਿਮ ਮੀਟਿੰਗ ਸੱਦੀ ਗਈ, ਜਿਸ ਦੀ ਪ੍ਰਧਾਨਗੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਅਜਮੇਰ ਸਿੰਘ ਲਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਸੰਬੰਧੀ 3 ਆਰਡੀਨੈਂਸ ਲਿਆਂਦੇ ਗਏ ਨੇ ਉਹ ਕਿਸਾਨ ਮਾਰੂ ਨੇ। ਉਹਨਾਂ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਤੇ ਆਰਡੀਨੈਂਸ ਦੇ ਨਾਲ MSP ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਹੀ ਨਹੀਂ ਸਾਰੇ ਸੂਬਿਆਂ ਦੇ ਕਿਸਾਨਾਂ ਨਾਲ ਗੱਲ ਹੋ ਗਈ ਹੈ। ਉਹਨਾਂ ਕਿਹਾ ਕਿ ਕਰੋਨਾ ਕੱਟ ਲੈਣ ਦਿਓ, ਅਸੀਂ ਉਨੀ ਦੇਰ ਦਿੱਲੀ ਨਹੀਂ ਛੱਡਾਂਗੇ ਜਿੰਨੀ ਦੇਰ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ। ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਆਰਡੀਨੈਂਸ ਦੇ ਸਟੈਂਡ ਬਾਰੇ ਵੀ ਆਪਣਾ ਪੱਖ ਰੱਖਿਆ ਤੇ ਸੁਖਵੀਰ ਸਿੰਘ ਨੂੰ ਵੀ ਸ਼ਬਦੀ ਚਪੇੜਾਂ ਮਾਰੀਆਂ। ਅੱਜ ਭਾਰਤੀ ਕਿਸਾਨ ਯੂਨੀਅਨ ਦੀ ਇੱਥੇ ਸਵਾਈ ਮੀਟਿੰਗ ਕਰੋਨਾ ਕਰਕੇ ਮੁਸ਼ਕਲਾਂ ਤਾਂ ਆਉਂਦੀਆਂ ਨੇ और किसानों का गला घुटिया जा रहा सी। जिहड़े 3 आर्डीनेंस राही बिल पास कराए ने मोदी सरकार ने, उन्हां नाल 135 करोड़ की आबादी चों 85 करोड़ की आबादी अफेक्टड हो। जे किसानों नूं उन्हां दे भाव ना मिले, आर्थिक सिस्टम भी खत्म हो जी। उन्हां दी लेबर जिन्हें खेती नाल संबंधित लगभग खेतीबाड़ी प्रधान देश आ, ये जिहड़ी खेती आ इन्हां आर्डीनेंसां राहीं कारपोरेट घराणिਆਂ ਨੂੰ ये खेती संभाली जा रही। अज देखण नूं ठीक लगदा है संघी ढांचा सी जिहड़ा मदद घरां दा स्टेट इशू है ये एग्रीकल्चर, इनू सेंटर वरत लिया। जे आर्डीनेंस बहुत चंगे सी तो पार्लीमेंट बुला लेंगे। आने वाला पार्लीमेंट का सैशन है, ये करोना का फायदा लैके ये आर्डीनेंस जारी कराया, प्रेजिडेंट को साइन करा लिया, 6 महीने तो बाद इनू ला बना के खत्म कर देंगे। अज मैनू खुशी है
ਭਾਰਤੀ ਕਿਸਾਨ ਯੂਨੀਅਨਾਂ ਜਿੰਨੀਆਂ ਵੀ ਕਿਸਾਨਾਂ ਦੇ ਨਾਂ 'ਤੇ ਇੱਥੇ ਕੰਮ ਕਰਦੀਆਂ ਨੇ, ਐਸੇ ਦਫ਼ਤਰੋਂ ਗਈਆਂ ਨੇ, ਅੱਜ ਇਸ ਇਸ਼ੂ 'ਤੇ ਅਸੀਂ ਸਾਰੇ ਇਕੱਠੇ ਹਾਂ। ਇਕੱਲੇ ਪੰਜਾਬ ਦੇ ਨਹੀਂ, 8 ਸੂਬਿਆਂ ਦੇ ਕਿਸਾਨਾਂ ਨਾਲ ਤਾਲਮੇਲ ਹੋ ਗਿਆ। ਉਹ ਕਹਿੰਦੇ ਕਰੋਨਾ ਥੋੜ੍ਹਾ ਜਿਹਾ ਘੱਟ ਰਹਿਣ ਦਿਓ, ਉਹਨਾਂ ਚਿਰ ਦਿੱਲੀ ਨਹੀਂ ਛੱਡਾਂਗੇ ਜਿੰਨਾ ਚਿਰ ਇਹ ਆਰਡੀਨੈਂਸ ਵਾਪਸ ਨਹੀਂ ਲੈਣਗੇ। ਅੱਜ ਤੱਕ ਦੁਨੀਆ ਕਾਨੂੰਨ ਬੰਦੇ ਬਣਾਉਂਦੇ ਆ, ਪਾਰਲੀਮੈਂਟ 'ਚ ਬਣਦੇ ਨੇ, ਅਸੈਂਬਲੀਆਂ 'ਚ ਬਣਦੇ ਨੇ, ਕਦੇ ਕਾਨੂੰਨਾਂ ਨੇ ਬੰਦੇ ਬਣਾਏ ਆ? ਬਣਾ ਲੈਣ ਮਾੜੇ ਕਾਨੂੰਨ, ਸਾਰੇ ਤੋੜ ਦਿੱਤੇ ਜਾਣਗੇ। ਅੱਜ ਮੈਨੂੰ ਹੋਰ ਖੁਸ਼ੀ ਹੈ ਅਮਰਿੰਦਰ ਸਿੰਘ ਦੀ ਸਰਕਾਰ ਜਿਹਨੇ 17 ਐਸੇ ਆਰਡੀਨੈਂਸਾਂ 'ਤੇ ਸਾਈਨ ਕੀਤੇ ਆ, ਅੱਜ ਉਹ ਵੀ ਕਹਿੰਦੇ ਆ ਇਹ ਗਲਤ ਆ। ਤੇ ਸੁਖਬੀਰ ਨੇ ਮਾੜਾ ਜਿਹਾ ਕਿਹਾ ਸੀ ਵੀ ਕਿਸਾਨ ਯੂਨੀਅਨਾਂ ਨੂੰ ਵਹਿਮ ਹੋ ਗਿਆ, ਅਸੀਂ MSP ਨਹੀਂ ਖਤਮ ਕਰ ਰਹੇ, ਉਹਦੀ ਵੀ ਜ਼ਮਾਨਤ ਕਰਾਤੀ ਹੈ ਕਿਸਾਨ ਯੂਨੀਅਨਾਂ ਨੇ। ਹੁਣ ਇਸ ਇਸ਼ੂ 'ਤੇ ਨਹੀਂ ਬੋਲਣਗੇ, ਨੋਟ ਕਰ ਲਓ। ਮੀਡੀਆ ਦੇ ਸਾਹਮਣੇ ਜਵੇਰ ਸਿੰਘ ਲੱਖੋਵਾਲ ਨੇ ਹਰਸਿਮਰਤ ਕੌਰ ਬਾਦਲ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ। ਬਹੁਤ ਗਲਤ ਸਪੋਰਟ ਕਰ ਰਹੀ ਹੈ, ਬੜਾ ਮੰਦਭਾਗਾ ਹੈ। ਹੁਣ ਤੱਕ ਪੰਜਾਬੀਆਂ ਲਈ ਲੜਦੇ ਰਹੇ ਆ, ਕਿਸਾਨਾਂ ਲਈ ਲੜਦੇ ਰਹੇ ਆ। ਅੱਜ ਛੋਟੀਆਂ ਜਿਹੀਆਂ ਕੁਰਸੀਆਂ ਪਿੱਛੇ ਜਿਹੜੀਆਂ ਕਿ ਜਿਹੜਾ ਬੰਦਾ ਕੰਮ ਕਰੇ ਉਹਦੇ ਮਗਰ ਭੱਜੀਆਂ ਫਿਰਦੀਆਂ ਨੇ, ਉਹਨਾਂ ਵਾਸਤੇ ਇਹਨਾਂ ਨੂੰ ਇੱਧਰ ਆ ਕੇ ਲੜਨਾ ਚਾਹੀਦਾ ਕਿਸਾਨਾਂ ਦੇ ਹੱਕ 'ਚ। ਤੇ ਨਹੀਂ ਕਿਸਾਨ ਇਹਨਾਂ ਦੇ ਪਿਛਲੇ ਕੀਤੇ ਕੰਮ ਵੀ ਵੱਡੇ ਬਾਦਲ ਦੇ ਭੁੱਲ ਜਾਣ। ਲੱਖੋਵਾਲ ਨੇ ਕਿਹਾ ਕਿ ਅਸੀਂ ਸੜਕਾਂ ਤੇ ਟਰੈਕਟਰ ਕਢਵਾ ਦੇਵਾਂਗੇ। ਰੋਸ ਵਜੋਂ ਸਾਰੇ ਪੰਜਾਬ ਕਿਸਾਨ ਤਿੰਨ ਬੰਦੇ ਬਹਿ ਕੇ ਟਰੈਕਟਰਾਂ 'ਤੇ, ਅਸੀਂ ਕਰੋਨਾ 'ਚ ਕੋਈ ਲਾ ਨਹੀਂ ਤੋੜਨਾ ਚਾਹੁੰਦੇ, ਸੜਕਾਂ 'ਤੇ ਟਰੈਕਟਰ ਕਢਾ ਦਿਆਂਗੇ। ਰੋਸ ਵਜੋਂ ਕੋਈ ਮੈਮੋਰੈਂਡਮ ਨਹੀਂ ਦੇਵਾਂਗੇ। ਜੇ ਇਹਨਾਂ ਨੂੰ ਲੋੜ ਹੈ ਲੈ ਜਾਣ, ਅਸੀਂ ਪ੍ਰਦਰਸ਼ਨ ਕਰਾਂਗੇ। ਜਿੱਦਣ ਆ ਕਰੋਨਾ ਮਾੜਾ ਜਿਹਾ ਠੱਲਿਆ ਗਿਆ, ਪਰਮਾਤਮਾ ਕਰੇ ਠੱਲਿਆ ਜਾਵੇ। ਲੱਖਾਂ ਕਿਸਾਨ ਦਿੱਲੀ ਦਾ ਉਹਨਾਂ ਚਿਰ ਨਹੀਂ ਘਰਾਓ ਰੱਖਣਗੇ ਜਿੰਨਾ ਚਿਰ ਆਰਡੀਨੈਂਸ ਖਤਮ ਹੋਵੇ। ਸਰ ਇਹ 20 ਜੁਲਾਈ ਨੂੰ ਇਹਦਾ 20 ਜੁਲਾਈ ਨੂੰ ਇੱਥੇ ਕਰਨਾ ਸਾਰੇ ਪੰਜਾਬ ਦੇ ਇਕੱਲਾ ਲੁਧਿਆਣਾ ਜੀ? ਸਾਰੇ ਪੰਜਾਬ 'ਚ। ਸਾਰੇ ਪੰਜਾਬ। ਤੇ ਮੇਰੀ ਬੇਨਤੀ ਆ, ਜਿਹੜੀਆਂ ਪਾਰਟੀਆਂ ਸਾਡੇ ਲਈ ਹਾਦਾ ਨਾਰਾ ਮਾਰਦੀਆਂ ਨੇ ਉੱਥੇ ਟਰੈਕਟਰ ਭੇਜਣ। ਤੇ ਸਾਰੀਆਂ ਯੂਨੀਅਨ ਨੂੰ ਬੇਨਤੀ ਆ, ਜੇ ਨਹੀਂ ਇਕੱਠੇ ਹੋ ਕੇ ਕਰਨਾ ਆਪਦੇ ਤੌਰ 'ਤੇ ਕਰ ਲੈਣ। ਲੱਗੇ ਹੋਇਆ ਮੈਂ ਬੜਾ ਧੰਨਵਾਦੀ ਹਾਂ। ਅੱਜ ਯੂਨੀਵਰਸਿਟੀ ਹੈ, ਬਾਕੀ ਯੂਨੀਅਨਾਂ ਇਸੇ ਦਫ਼ਤਰ ਹੋ ਗਈਆਂ। ਅੱਜ ਮੈਂ ਬੁਲਾਇਆ ਸੀ ਆਓ, ਪਰ ਮੈਨੂੰ ਪਤਾ ਉਹਨਾਂ ਨੇ ਆਉਣਾ ਨਹੀਂ, ਪਰ ਸਾਡੇ ਸਕੂਲ ਨੇ ਉਹ ਕਾਲਜ। ਅੱਜ ਅਸੀਂ ਇੱਕ ਏਜੰਡੇ 'ਤੇ ਇਕੱਠੇ ਹੋ ਗਏ, ਕੱਲ੍ਹ ਨੂੰ ਅਸੀਂ ਬਾਕੀਆਂ ਦੀ ਵੀ। ਮਾਮਲਾ ਫਤਿਹਗੜ੍ਹ ਚੂੜੀਆਂ ਦਾ, ਜਿੱਥੇ ਨਸ਼ਾ ਤਸਕਰ ਦੇ ਘਰ ਤੇ ਛਾਪੇਮਾਰੀ ਕਰਨ ਗਈ ਪੁਲਿਸ ਅਤੇ ਲੋਕਾਂ ਵਿਚਕਾਰ ਝੜਪ ਹੋ ਗਈ। ਝੜਪ ਦੌਰਾਨ ਜਿੱਥੇ ਦਸਤਾਰਾਂ ਉਤਰੀਆਂ, ਉੱਥੇ ਹੀ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਫਾੜੀ ਗਈ। ਮਾਮਲੇ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੇਖੋ ਪੂਰੀ ਖਬਰ। ਪੁਲਿਸ ਤੇ ਲੋਕਾਂ 'ਚ ਹੁੰਦੀ ਜ਼ਬਰਦਸਤ ਝੜਪ ਦੀ ਵੀਡੀਓ ਜੋ ਤੁਸੀਂ ਹੁਣੇ ਦੇਖੀ, ਇਹ ਵੀਡੀਓ ਫਤਿਹਗੜ੍ਹ ਚੂੜੀਆਂ ਦੇ ਇੱਕ ਪਿੰਡ ਦੀ ਹੈ,
ਜਿੱਥੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਨਸ਼ਾ ਤਸਕਰ ਘਰ ਛਾਪੇਮਾਰੀ ਕਰਨ ਆਈ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਲੋਕ ਭਿੜ ਗਏ। ਲੋਕਾਂ ਵੱਲੋਂ ਪੁਲਿਸ ਦੀ ਵਰਦੀ ਤੱਕ ਫਾੜੇ ਜਾਣ ਦੀ ਖਬਰ ਹੈ। ਝੜਪ 'ਚ ਦਸਤਾਰਾਂ ਵੀ ਲਈਆਂ। ਦਰਅਸਲ ਨਸ਼ਾ ਤਸਕਰਾਂ ਦੇ ਹੱਕ 'ਚ ਪਿੰਡ ਦਾ ਸਰਪੰਚ ਵੀ ਆ ਗਿਆ। ਲੋਕਾਂ ਵੱਲੋਂ ਪੁਲਿਸ ਨਾਲ ਹੱਥੋਂ-ਪਾਈ ਕੀਤੀ ਗਈ ਅਤੇ ਗਾਲੀ ਗਲੋਚ ਵੀ ਕੀਤਾ ਗਿਆ। ਵੀਡੀਓ ਤੁਸੀਂ ਦੇਖ ਹੀ ਲਈ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਜਾਂਦੇ ਜਾਂਦੇ ਤੁਹਾਨੂੰ ਛੱਡ ਚੱਲਦੇ ਹਾਂ ਪੰਜਾਬ 'ਚ ਕਰੋਨਾ ਦੇ ਤਾਜ਼ਾ ਅੰਕੜਿਆਂ ਦੇ ਨਾਲ। ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। Face mask manufacturer. Factory capacity 500,000 mask per day. 2 and 3 ply disposable face mask. 3 ply disposable face mask with nose wire. RN95 respirator face mask. Adjustable nose piece for ultimate comfort. For bulk order and more information www.risley.org.